ਸਲੋਕ ਹਰਿ ਸਿਮਰਤ ਮਨ ਤਨ ਸੁਖੀ। ਰਾਮ ਕਲੀ ਮਹੱਲਾ ਪੰਜਵਾ। ਛੰਦ ਸਭੇ ਖੇਡ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਰਾਮ ਕਲੀ ਰਾਗ ਵਿੱਚ ਇਹ ਛੰਦ ਸ਼ਬਦ ਉਚਾਰਨ ਕਰ ਰਹੇ ਹਨ ਤੇ ਦੋ ਪੰਕਤੀਆਂ ਵਾਲਾ ਪਹਿਲਾ ਸ਼ਲੋਕ ਉਚਾਰ ਰਹੇ ਨੇ। ਇਸ ਪਾਵਨ ਸ਼ਬਦ ਦੀ ਆਰੰਭਤਾ ਕੱਲ ਹੋਈ ਸੀ। ਸ਼ਲੋਕ ਚਰਨ ਕਮਲ ਸਰਨਾਗਤੀ ਅਨੰਦ ਮੰਗਲ ਗੁਣ ਗਾਮ ਨਾਨਕ ਪ੍ਰਭ ਪਿਆਰਾ ਦੀ ਹੈ ਬਿਪਤ ਨਿਵਾਰਨ ਰਾਮ। ਇੱਕ ਸ਼ਲੋਕ ਤੇ ਇੱਕ ਛੰਦ। ਫਿਰ ਹੁਣ ਦੂਜਾ ਸ਼ਲੋਕ ਹੈ ਇਹ ਦੂਜਾ ਛੰਦ। ਇਉਂ ਚਾਰ ਸ਼ਲੋਕ ਤੇ ਚਾਰ ਛੰਦਾਂ ਦੀਆਂ ਪੌੜੀਆਂ ਆਉਣਗੀਆਂ ਕਿ ਆਪ ਦੂਸਰਾ ਸ਼ਲੋਕ ਸਰਵਣ ਕਰ ਰਹੇ ਹੋ ਜੀ। ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਕਹੀਏ ਸ਼ਲੋਕ। ਹਰਿ ਸਿਮਰਤ ਮਨ ਤਨ ਸੁਖੀ। ਕਰੀ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਪੁਰਖ ਦਾ ਮਨ ਅਰ ਤਨ ਸੁਖੀ ਹੋਇਆ ਹੈ। ਸ੍ਰੀ ਦੁਤੀਆ ਸੋ ਅਤੇ ਦ્વੈਤ ਭਾਵ ਤੇ ਸੋਚ ਫਿਕਰ ਵੀ ਨਾਸ਼ ਹੋ ਗਿਆ ਦੂਰ ਹੋ ਗਿਆ ਹੈ। ਜਾਂ ਗੋਬਿੰਦ ਦੀ ਚਿੰਤਾ ਤੋਂ ਬਗੈਰ ਜੋ ਦੂਜੀ ਚਿੰਤਾ ਹੈ ਉਹ ਨਾਸ਼ ਹੋ ਗਈ ਹੈ। ਨਾਨਕ ਤੇਗ ਗੋਪਾਲ ਕੀ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਇਸ ਲਈ ਗੋਪਾਲ ਜੋ ਪ੍ਰਿਥਵੀ ਦੇ ਉੱਪਰ ਰਹਿਣ ਵਾਲੇ ਜੀਵਨ ਦੀ ਪਾਲਣਾ ਕਰਨ ਵਾਲਾ ਕੌਣ ਹੈ? ਪਰਮੇਸ਼ਰ। ਪਰਮੇਸ਼ਰ ਦੀ ਓਟ ਲੈਣੀ ਚਾਹੀਦੀ ਹੈ। ਗੋਵਿੰਦ ਸੰਕਟ ਮੋਚ। ਕਿਉਂਕਿ ਗੋਬਿੰਦ ਪਰਮੇਸ਼ਰ ਹੀ ਦੁੱਖਾਂ ਤੋਂ ਸੰਕਟਾਂ ਤੋਂ ਬਚਾਉਣ ਵਾਲਾ ਹੈ। ਸਤਿਗੁਰੂ ਪੂਰੈ ਸੇਵੀਐ ਦੁੱਖਾਂ ਕਾ ਹੋਏ ਨਾਸ। ਨਾਨਕ ਨਾਮੀ ਅਰਾਧਿਐ ਕਾਰਜ ਆਵੈ ਦਾਸ। ਗੁਰ ਪੂਰਾ ਜਿਨ ਸਿਮਰਿਆ ਸੇ ਪਏ ਨਿਹਾਲ। ਨਾਨਕ ਨਾਮੀ ਅਰਾਧਿਐ ਕਾਰਜ ਆਵੈ ਦਾਸ। ਸਤਿਗੁਰੂ ਦੇ ਦੁਆਰਾ ਜੋ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਹੈ ਇਹਦੇ ਨਾਲ ਸੁਖ ਵੀ ਮਿਲਦਾ ਹੈ ਕਾਰਜ ਵੀ ਰਾਸ ਹੁੰਦੇ ਹਨ। ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈ ਹੈ। ਸੋ ਇੱਕੋ ਇੱਕ ਗੋਬਿੰਦ ਪਰਮੇਸ਼ਰ ਹੀ ਹੈ ਜੋ ਦੁੱਖਾਂ ਤੋਂ ਸੰਕਟਾਂ ਤੋਂ ਬਚਾਉਣ ਵਾਲਾ ਹੈ। ਗੌੜੀ ਮਹੱਲਾ ਪੰਜਵਾ। ਦੁੱਖ ਭੰਜਨ ਤੇਰਾ ਨਾਮ ਜੀ। ਦੁੱਖ ਭੰਜਨ ਤੇਰਾ ਨਾਮ ਆਠ ਬਰਿਆ ਰਤੀਐ ਪੂਰਨ ਸਤਿਗੁਰ ਗਿਆਨ। ਮਹਾਰਾਜ ਦੁੱਖਾਂ ਨੂੰ ਸੰਕਟਾਂ ਨੂੰ ਨਾਸ਼ ਕਰਨ ਵਾਲਾ ਹੈ। ਅੰਤ ਇਹ ਸ਼ਲੋਕ ਮਾਨੋ ਇੱਕ ਮੂਲ ਰੂਪ ਹੈ। ਹੁਣ ਸ਼ਬਦ ਦੇ ਵਿੱਚ ਇਸੇ ਸ਼ਲੋਕ ਦੀ ਸਮਝ ਲੋ ਵਿਆਖਿਆ ਕਰਦੇ ਨੇ ਟੀਕਾ ਕਰਦੇ ਨੇ ਕਥਾ ਕਰ ਰਹੇ ਹਨ। ਗੁਰੂ ਸਾਹਿਬਾਂ ਦੇ ਵੇਲੇ ਗੁਰਬਾਣੀ ਦੀ ਕਥਾ ਗੁਰਬਾਣੀ ਦੁਆਰਾ ਹੀ ਹੋਇਆ ਕਰਦੀ ਸੀ। ਸੋ ਇਹ ਸ਼ਬਦ ਉਚਾਰਨ ਕਰ ਰਹੇ ਨੇ। ਮੈਂ ਕੱਲ ਵੀ ਬੇਨਤੀ ਕੀਤੀ ਸੀ ਜਿਹਦੇ ਵਿੱਚ ਕੱਲਾ ਕਾਵ ਹੋਵੇ ਉਹਦਾ ਸ਼ਬਦ ਹੁੰਦਾ ਹੈ ਤੇ ਜਿਹਦੇ ਵਿੱਚ ਨਾਲ ਸੰਗੀਤ ਵੀ ਹੋਵੇ ਸੋ ਛੰਦ ਹੁੰਦਾ ਹੈ। ਇਹਦੇ ਚ ਸੰਗੀਤਮਈ ਧੁਨੀ ਉਤਪੰਨ ਹੋ ਰਹੀ ਹੈ। ਸੋ ਇਸ ਲਈ ਇਹ ਛੰਦ ਸ਼ਬਦ ਹੈ। ਪਰ ਮਹਾਰਾਜ ਫਰਮਾਉਂਦੇ ਨੇ ਭੈ ਸੰਕਟ ਕਾਟੇ। ਹਾਂਜੀ ਨਾਰਾਇਣ ਦਇਆਲ ਜੀਓ। ਦਇਆ ਦੇ ਘਰ ਨਾਰਾਇਣ ਪਰਮੇਸ਼ਰ ਜੀ ਨੇ ਉਸ ਪੁਰਖ ਦੇ ਭੈਦਾਇਕ ਨਰਕ ਆਦਿਕ ਦੇ ਜਿੰਨੇ ਵੀ ਸੰਕਟ ਦੁੱਖ ਸਨ
ਉਹ ਕੱਟ ਦਿੱਤੇ ਹਨ। ਹਰ ਗੁਣ ਆਨੰਦ ਗਾਈ, ਸੋ ਹਰੀ ਦੇ ਗੁਣਾਂ ਨੂੰ ਆਨੰਦ ਪੂਰਵਕ ਗਾਉਣਾ ਕੀਤਾ ਹੈ। ਪ੍ਰਭ ਦੀਨਾਨਾਥ ਪ੍ਰਤਿਪਾਲ ਜੀਓ, ਜਿਸ ਨੇ ਗਰੀਬਾਂ ਦੇ ਸੁਆਮੀ ਅਤੇ ਸਾਰਿਆਂ ਦੀ ਪਾਲਣਾ ਕਰਨ ਵਾਲੇ ਸਮਰੱਥ ਪਰਮੇਸ਼ਰ ਦੇ ਆਨੰਦ ਪੂਰਵਕ ਗੁਣਾਂ ਨੂੰ ਗਾਉਣਾ ਕੀਤਾ ਹੈ। ਉਹਨਾਂ ਦੇ ਮਹਾਰਾਜ ਨੇ ਭੈ ਵੀ ਕੱਢ ਦਿੱਤੇ, ਸੰਕਟ ਦੁੱਖ ਵੀ ਕੱਢ ਦਿੱਤੇ ਹਨ। ਪ੍ਰਤਿਪਾਲ ਚੁੱਤ ਪੁਰਖ ਏਕੋ, ਜੋ ਸਾਰਿਆਂ ਦੇ ਪ੍ਰਤਿਤਾਈ ਪਾਲਣਾ ਕਰਨ ਵਾਲਾ ਅਚੁੱਤ ਅਗੇੜ ਰੂਪ ਅਤੇ ਕੋ ਇੱਕ ਪੂਰਨ ਪਰਮੇਸ਼ਰ ਹੈ। ਰੰਗ ਲਾਤਾ, ਇਸ ਦੇ ਤਾਈ ਤਿਸ ਦੇ ਨਾਲ ਉਸ ਦਾ ਰੰਗ ਕਈਏ ਪ੍ਰੇਮ ਲੱਗ ਗਿਆ ਹੈ। ਚਰਨ ਮਸਤਕ ਮੇਲ ਲੀਨੇ, ਜਿਹਦੇ ਮੱਥੇ ਤੇ ਪਰਮੇਸ਼ਰ ਨੇ ਕਿਰਪਾ ਦਾ ਹੱਥ ਰੱਖਿਆ ਹੈ, ਉਹਨੂੰ ਆਪਣੇ ਚਰਨਾਂ ਦੇ ਨਾਲ ਮੇਲ ਲਿਆ ਹੈ। ਇਸੇ ਪ੍ਰਕਾਰ ਹਰ ਚਰਨ ਮਸਤਕ ਮੇਲ ਲੀਨੇ, ਜਿਸ ਪੁਰਖ ਨੇ ਹੱਥ ਤੇ ਮੱਥਾ ਦੋਹਾਂ ਨੂੰ ਗੁਰੂ ਪਰਮੇਸ਼ਰ ਦੇ ਚਰਨਾਂ ਤੇ ਰੱਖਿਆ, ਉਸ ਨੂੰ ਆਪਣੇ ਨਾਲ ਵਾਹਿਗੁਰੂ ਜੀ ਨੇ ਅਪੀਲ ਕਰ ਲੈਣਾ ਕੀਤਾ ਹੈ। ਇਸੇ ਪ੍ਰਕਾਰ ਹਰ ਚਰਨ ਮਸਤਕ ਮੇਲ ਲੀਨੇ, ਜਿਸ ਦਾ ਗੁਨਾਹ ਪਰਮੇਸ਼ਰ ਨੇ ਆਪਣੀ ਰੂਪੀ ਹੱਥ ਫੜ ਲਿਆ ਹੈ ਅਤੇ ਜਿਸ ਦਾ ਅੰਤਰਕਰਨ ਰੂਪੀ ਮਸਤਕ ਸ਼ਰਧਾ ਵਾਲਾ ਹੋਇਆ ਹੈ, ਉਸ ਨੂੰ ਆਪਣੇ ਚਰਨ ਆਦਰਸ਼ਣ ਸਰੂਪ ਦੇ ਨਾਲ ਮਿਲ ਲਿਆ ਹੈ। ਆਇਨ ਦਿਨ ਜਾਗਾ, ਔਰ ਉਸ ਦਾ ਮਨ ਸਦਾ ਹਮੇਸ਼ਾ ਹੀ ਰਾਤ ਦਿਨ ਗਿਆਨ ਅਵਸਥਾ ਵਿੱਚ ਜਾਗ ਪਿਆ ਹੈ। ਜੀਉ ਪਿੰਡ ਗ੍ਰਹਿ ਉਥਾਨ ਤਿਸਕਾ, ਇਹ ਪਿਆਰੇ ਜੀ ਤਨ ਸੂਖਮ ਸਰੀਰ ਤੇ ਮਹਾਰਾਜ ਫਰਮਾਉਂਦੇ ਹਨ, ਅੰਨ ਜੋਬਨ ਧਨ ਮਾਲ ਜੀਓ, ਇਹ ਪਿਆਰੇ ਜੀਓ ਤਨ ਸੂਖਮ ਸਰੀਰ ਜਾਂ ਤਨ ਪੁੱਤਰ ਜੋਗਣ ਜਵਾਨੀ ਧਨ ਦੌਲਤ ਤੇ ਮਾਲ ਹਾਥੀ ਘੋੜੇ ਆਦਿਕ ਜੀਓ ਜ਼ਿੰਦਗੀ ਪਿੰਡ ਸਥੂਲ ਸਰੀਰ ਗ੍ਰਹਿ ਘਰ ਤੇ ਥਾਨ ਜੋ ਅਸਥਾਨ ਆਦਿਕ ਸਭ ਕੁਝ ਇਸ ਵਾਹਿਗੁਰੂ ਦਾ ਹੀ ਦਿੱਤਾ ਹੋਇਆ ਹੈ। ਇਸੇ ਪ੍ਰਕਾਰ ਧਨ ਜੋਬਨ ਧਨ ਮਾਲ ਜੀਓ, ਜੋ ਜੀਉ ਪਿੰਡ ਗ੍ਰਹਿ ਉਥਾਨ ਤਿਸਕਾ, ਧਨ ਜੋਬਨ ਧਨ ਮਾਲ ਜੀਓ, ਇਹ ਪਿਆਰੇ ਜੀਓ ਗਿਆਨ ਰੂਪੀ ਤਨ ਪੁੱਤਰ ਸ਼ੌਂਕ ਅਵਸਥਾ ਰੂਪ ਜਵਾਨੀ ਨਾਮ ਰੂਪੀ ਧਨ ਸ਼੍ਰਵਣ ਮਨਨ ਅਧਿਆਸਨ ਰੂਪੀ ਮਾਲ ਅਤੇ ਜਿਹੜੀ ਜੀਵ ਦੇ ਵਿੱਚ ਚੇਤਨ ਸੱਤਾ ਪਾਈ ਹੋਈ ਹੈ ਪਿੰਡ ਸਥੂਲ ਸਰੀਰ ਅੰਤਰਗ੍ਰਹਣ ਰੂਪੀ ਜੋ ਗ੍ਰਹਿ ਘਰ ਹੈ ਸਤਸੰਗਤ ਰੂਪੀ ਅਸਥਾਨ ਆਦਿਕ ਸਭ ਕੁਝ ਇਸ ਵਾਹਿਗੁਰੂ ਜੀ ਦਾ ਹੀ ਦਿੱਤਾ ਹੋਇਆ ਹੈ। ਸਾਧ ਸਦਾ ਬਨ ਜਾਈ ਨਾਨਕ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਵਾਹਿਗੁਰੂ ਤੋਂ ਹਮੇਸ਼ਾ ਬਲਿਹਾਰ ਜਾਣਾ ਕਰੀਏ। ਸਰਬ ਜੀਆ ਪ੍ਰਤਿਪਾਲ ਜੀਓ, ਇਹ ਪਿਆਰੇ ਜੀਓ ਜੋ ਸਾਰਿਆਂ ਜੀਆਂ ਦੀ ਪ੍ਰਤਤਾਈ ਪਾਲਣਾ ਕਰਨੇ ਵਾਲਾ ਹੈ, ਸੋ ਉਸ ਵਾਹਿਗੁਰੂ ਤੋਂ ਹਮੇਸ਼ਾ ਹਮੇਸ਼ਾ ਲਈ ਬਲਿਹਾਰ ਕੁਰਬਾਨ ਜਾਣਾ ਕਰੀਏ। ਲੋਕ ਰਸਨਾ ਉਚਦਾ ਹਰ ਹਰੀ, ਤੀਸਰਾ ਸ਼ਲੋਕ ਉਚਾਰਨ ਕਰ ਰਹੇ ਨੇ ਕਿ ਜਿਸ ਗੁਰਮੁਖ ਦੀ ਰਸਨਾ ਜ਼ਬਾਨ ਚੇਤਨ ਸੱਤਾ ਨਾਲ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਦੀ ਹੈ ਗੋਬਿੰਦ ਵਖਿਆਨ, ਅਤੇ ਮਨ ਕਰਕੇ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਕਥਨ ਕਰਦਾ ਹੈ।
पकड़ी टेक एक सतगुरु साहब जी कथन करते हैं कि जिस गुरमुख जन ने मन बाणी शरीर करके एक अकाल पुरख की टेक ओढ़ पकड़ी है परमेश्वर रखै निदान उसकी परमेश्वर आप निदान बालक जान के रखिया करता है। जिवें मां बच्चे नूं छोटा जान के ओदी सेवा संभाल करती है, इस तरह सो हम नानी नीर तुम्हें बट साहिब तुम दाते ठाकुर प्रतिपालक नायक कसम हमारे निमक निमक तुम्हें ही प्रतिपाल हो हम बालक तुमरे धरे। आप दे नन्हे बच्चे जान के महाराज आप उन्होंने रोक रखिया करता है या ओदी अंत वेले परमेश्वर आप रखिया करता है। संत शब्द उच्चारण कर रहे ने जिहदे च काव्य भी होवे अते संगीत भी है। स्वामी प्रभु रख को वो जो स्वामी मालिक परमेश्वर है लोक परलोक दे विच रखिया करने वाला है। चलता कह लाग जियो ये प्यारे जियो इस वाहिगुरु दे शरण या प्रेम रूपी मले दे विच लगना करो जी। आज साधु संग दयाल देव श्रेष्ठ जਨਾਂ ਦੀ संगत विच मिल के दयाल दया दे घर प्रकाश रूप ब्रह्म दा भजन करो। मन की मत त्याग जियो हर हे प्यारे जियो अपने मन की जो मत अकल है इसनों त्याग छड़ के गुरमत नूं धारण करो। प्रयोट कीजै जियो दीजै एक परमेश्वर दी हृदय विच टेक लेना करो अते अपना जीवन प्रभु के चरण कमलों दे विच भेटा देना करो। आस एक धरणी धरै अते एक धरती नूं धारण वाले परमेश्वर की प्राप्ति के चित विच चाहना रखना करो जी। साध संगे हर नाम रंगे जिसका चित श्रेष्ठ जਨਾਂ ਦੀ संगत विच मिल के परमेश्वर के नाम रंग दे विच रंगिया जाता है। बाबा जी तुसीं मूँह दा बन्निया सिर ते कपड़ा लिया ही नहीं। वाहिगुरू जी ये वाहिगुरू जी संगत वैसे मुँह बन के ना आया करो कोई करुणा करना नहीं है कि आपके रौला पाने गवर्नमेंट हरमंदर साहब के अंदर सेवादार जिन्हें मुँह बनिया हुए का मुँह खुला देंगे ने इतना सिद्धि होना चाहिए। गुरु साहब कृपा करना उच्चारण करो जी सतनाम श्री वाहिगुरू जी। हजारों लोग इतने मत्था टेकते हैं करोना वगैरह सानू ना हो कोई करोना नहीं है जान के स्टंट बनाया हुआ डॉक्टर ने पहला गुर्दे कट के बेची जाते सी हुण करोना का बहाना ला के बंदा सही सलामत जाता उन्होंने लिफाफे पा के गंढ दे के मुड़िया तोड़ देंगे। डॉक्टर जालम बने हुए ने इन्हों तो बच गई रहो लगती भाई आप आपके हथी मैडिकल स्टोर में दवाई लै लो पर हस्पताल में कभी भुल नहीं जाओ। हाँ जी उच्चारण करो सतनाम श्री वाहिगुरू जी। साध संगे हर नाम रंगे जिसका चित श्रेष्ठ जਨਾਂ ਦੀ संगत विच मिल के हरि परमेश्वर के नाम रंग दे विच रंगिया जाता है। संसार सागर सब तरै सब तरह करके संसार समुद्र तो तर जाता है या वो आप संसार समुद्र तो तर जाता अति उदी संगत करने वाले भी सारे जीव तर जाते हैं। जन्म मरण बेकार छूटे उसका जमना मरना घट गया अति काम आदि के विकार भी छुट गए निवृत्त हो गए हैं। फिर ना लागे दाग जियो ये प्यारे जियो फिर मुड़ के दुनिया के अंदर दोबारा उसनों कोई भी दाग नहीं लगेगा पाप कलंक नहीं लगेगा वो कलंक तो रहित जीवन वाला हो जाता है।
ਉਸ ਨੂੰ ਜੁਨਾ ਰੂਪੀ ਕਲੰਕ ਨਹੀਂ ਲੱਗੇਗਾ। ਬਲ ਜਾਈ ਨਾਨਕ ਪੁਰਖ ਪੂਰਨ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਸ ਪਰਿਪੂਰਨ ਅਕਾਲ ਪੁਰਖ ਤੋਂ ਬਲਿਹਾਰ ਜਾਣਾ ਕਰ। ਜਾ ਕਾ ਸੁਹਾਗ ਜੀਓ। ਇਹ ਪਿਆਰੇ ਜੀਓ, ਜਿਸ ਵਾਹਿਗੁਰੂ ਦਾ ਜੋ ਆਨੰਦ ਹੈ, ਅਸਥਿਤ ਰਹਿਣ ਵਾਲਾ ਹੈ, ਉਸ ਪਰਿਪੂਰਨ ਅਕਾਲ ਪੁਰਖ ਤੋਂ ਬਲਿਹਾਰ ਜਾਈਏ। ਲੋਕ ਧਰਮ ਅਰਥ ਅਰ ਕਾਮ ਮੋਖ। ਉਹ ਪਰਮੇਸ਼ਰ ਧਰਮ ਜਿਵੇਂ ਸਾਡਾ ਸਿੱਖੀ ਧਰਮ ਹੈ, ਅਰਥ ਜੋ ਮਾਇਆ ਦੀ ਲਾਲਕ ਹੈ, ਅਰ ਕਾਮ ਕਾਮਨਾ ਤੇ ਮੋਖ ਮੁਕਤੀ ਤੇ ਕੇਵਲ ਮੁਕਤੀ। ਪਦਾਰਥ ਨਾਥ ਜੋ ਮੋਖ ਮੁਕਤੀ ਅਤੇ ਕੇਵਲ ਮੁਕਤੀ ਆਦਿ ਇਹਨਾਂ ਪਦਾਰਥਾਂ ਦਾ ਨਾਥ ਸੁਆਮੀ ਮਾਲਕ ਹੈ ਉਹ ਵਾਹਿਗੁਰੂ। ਸਗਲ ਮਨੋਰਥ ਪੂਰਿਆ। ਅਰਥਾਤ ਪਰਮੇਸ਼ਰ ਧਰਮ ਦੀ ਰੱਖਿਆ ਕਰਦਾ ਹੈ, ਲੋੜ ਅਨੁਸਾਰ ਪਦਾਰਥ ਵੀ ਦਿੰਦਾ ਹੈ, ਕਾਮਨਾ ਵੀ ਪੂਰੀ ਕਰਦਾ ਹੈ, ਮੁਕਤੀ ਵੀ ਦਿੰਦਾ ਅਤੇ ਕੇਵਲ ਮੁਕਤੀ ਆਦਿ ਦੀ ਦਾਤ ਵੀ ਦਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਜੋ ਸਾਰੇ ਮਨ ਦੇ ਮਨੋਰਥ ਸੰਕਲਪ ਨੇ ਉਹ ਵੀ ਮਹਾਰਾਜ ਪੂਰੇ ਕਰ ਦਿੰਦਾ ਹੈ। ਅੰਤ ਨਾਨਕ ਲਿਖਿਆ ਮਾਥ। ਸਤਿਗੁਰੂ ਜੀ ਕਥਨ ਕਰਦੇ ਕਿ ਜਿਹਦੇ ਮੱਥੇ ਤੇ ਨਿਸ਼ਕਾਮ ਕਰਮਾਂ ਦਾ ਸਦਕਾ ਸਰੀਰ ਲੇਖ ਲਿਖਿਆ ਹੋਵੇ, ਜੋ ਪਹਿਲਾਂ ਜਗਿਆਸਾ ਅਵਸਥਾ ਵਿੱਚ ਸੰਕਲਪ ਸੀਗਾ, ਉਹਦੇ ਪਰਮੇਸ਼ਰ ਨੇ ਸਾਰੇ ਮਨ ਦੇ ਸੰਕਲਪ ਪੂਰੇ ਕਰ ਦਿੱਤੇ ਨੇ। ਜਿਵੇਂ ਭਗਤ ਰੂਹ ਜੀ ਰਾਜ ਭਾਗ ਦੀ ਇੱਛਾ ਲੈ ਕੇ ਜੰਗਲਾਂ ਨੂੰ ਗਏ ਸਨ, ਜਦ ਵਾਹਿਗੁਰੂ ਜੀ ਦੇ ਦਰਸ਼ਨ ਹੋਏ ਤਾਂ ਉਸ ਵਕਤ ਉਹਦੇ ਮਨ ਦੀ ਜੋ ਕਾਮਨਾ ਸੀ ਖਤਮ ਹੋ ਗਈ। ਮਹਾਰਾਜ ਨੇ ਪੁੱਛਿਆ ਕਿ ਦੱਸ ਭਗਤ ਜੀ ਕੀ ਚਾਹੀਦਾ ਹੈ? ਕਹਿੰਦੇ ਮਹਾਰਾਜ ਆਪ ਦੇ ਦਰਸ਼ਨਾਂ ਦੀ ਚਾਹਨਾ ਸੀ, ਸੋ ਆਪ ਨੇ ਬਖਸ਼ ਦਿੱਤੇ, ਹੋਰ ਕੀ ਚਾਹੀਦਾ ਹੈ? ਕਹਿੰਦੇ ਨਹੀਂ, ਕੁਝ ਨਾ ਕੁਝ ਮੰਗ, ਮੇਰਾ ਮਨ ਤਾਂ ਖੁਸ਼ ਹੋਵੇਗਾ। ਦਰਸ਼ਨ ਦਾ ਮੈਂ ਦੇ ਨਹੀਂ ਸਕਦਾ, ਕੁਝ ਵਿਸ਼ੇਸ਼ ਮੰਗ। ਕਹਿੰਦਾ ਜੀ ਹੋਰ ਤਾਂ ਤੁਹਾਡੀ ਕਿਰਪਾ ਹੈ, ਪਰ ਜੇ ਤੁਸੀਂ ਦੁਖੀ ਹੋ ਤੇ ਇੱਕ ਬੇਨਤੀ ਮੇਰੀ ਮੰਨੋ, ਮੈਨੂੰ ਉੱਥੇ ਪਹੁੰਚਾ ਦਿਓ ਜਿੱਥੇ ਮੇਰੇ ਵੱਡ ਵਡੇਰੇ ਵੀ ਨਾ ਪਹੁੰਚੇ ਹੋਣ। ਕਹਿੰਦੇ ਸਤਿਗੁਰ ਪਰ ਅਜੇ ਤਾਂ ਤੇਰੀ ਉਮਰ ਬਾਕੀ ਹੈ, ਜੇ ਮੈਂ ਹੁਣੇ ਤੈਨੂੰ ਪਹੁੰਚਾ ਦਿੱਤਾ ਤਾਂ ਦੁਨੀਆ ਕੀ ਸੋਚੇਗੀ ਕਿ ਸ਼ਾਇਦ ਧਰੂ ਜੰਗਲ ਦੇ ਜੋ ਸ਼ੇਰ ਚੀਤੇ ਬਘਿਆੜ ਨੇ ਜਾਂ ਕੋਈ ਧੁੱਪ ਹੈ ਜਾਂ ਬਾਰਿਸ਼ ਹੈ ਇਹਦਾ ਸ਼ਿਕਾਰ ਹੋ ਗਿਆ, ਕਿ ਵੈਸੇ ਵਿਪਤਾ ਦਾ ਮਾਰਿਆ ਚੜਾਈ ਕਰ ਗਿਆ, ਲੋਕਾਂ ਨੂੰ ਕਿਵੇਂ ਪਤਾ ਲੱਗੇਗਾ? ਤੂੰ ਰਾਜ ਭਾਗ ਦੀ ਇੱਛਾ ਲੈ ਕੇ ਘਰੋਂ ਤੁਰਿਆ ਸੀ, ਉਹ ਤੇਰੀ ਰਾਜ ਦੀ ਇੱਛਾ ਮੈਂ ਜ਼ਰੂਰ ਪੂਰੀ ਕਰਨੀ ਹੈ। ਜਾ ਤੈਨੂੰ ਇਥੋਂ ਦਾ 36,000 ਵਰ੍ਹੇ ਦਾ ਰਾਜ ਬਖਸ਼ਿਆ, ਪਰ ਉਸ ਤੋਂ ਬਾਅਦ ਤੈਨੂੰ ਅਚਲ ਪਦਵੀ ਤੇ ਮੈਂ ਪਹੁੰਚਾਵਾਂਗਾ। ਸਾਧ ਸੰਗਤ ਜੀਓ, ਸਤਿਯੁਗ ਦੇ ਵਿੱਚ ਧਰੋ ਭਗਤ ਜੀ ਨੇ 36,000 ਵਰ੍ਹਾ ਰਾਜ ਕੀਤਾ, 36,000 ਵਰ੍ਹਾ। ਤੇ ਉਸ ਤੋਂ ਬਾਅਦ ਇਹੋ ਜਿਹੀ ਅਚਲ ਪਦਵੀ ਭਗਵਾਨ ਨੇ ਬਖਸ਼ੀ। ਕਹਿੰਦੇ ਨੇ ਪੈ ਵਿੱਚ ਸੂਰਜ, ਪੈ ਵਿੱਚ ਚੰਦ, ਉਹ ਕਰੋੜੀ ਚਲਤ ਨਾ ਅੰਤ। ਧਰਤੀ ਵੀ ਚੱਲਦੀ ਹੈ, ਸੂਰਜ ਦੇ ਦੁਆਲੇ ਚੱਕਰ ਲਗਾਉਂਦੀ ਹੈ, ਜਿਸ ਦੇ ਨਾਲ ਰੁੱਤਾਂ ਬਣਦੀਆਂ ਨੇ, ਮੌਸਮ ਤਬਦੀਲ ਹੁੰਦਾ ਹੈ। ਜਿਹੜਾ ਧਰਤੀ ਵਾਲਾ ਪਾਸਾ ਸੂਰਜ ਦੇ ਸਾਹਮਣੇ ਆ ਜਾਂਦਾ ਉੱਥੇ ਗਰਮੀ ਆ ਜਾਂਦੀ ਹੈ। ਹੁਣ ਸਾਡਾ ਪਾਸਾ ਸੂਰਜ ਦੇ ਸਾਹਮਣੇ ਹੈ, ਤੇ ਜਿਵੇਂ ਜਿਵੇਂ ਸਾਹਮਣੇ ਹੋਏਗਾ ਤਿਵੇਂ ਤਿਵੇਂ ਗਰਮੀ ਵੱਧਦੀ ਜਾਏਗੀ। ਜਿਹੜਾ ਆਸਟ੍ਰੇਲੀਆ ਹੈ ਉਹ ਧਰਤੀ ਦਾ ਦੂਸਰਾ ਪਾਸਾ ਹੈ, ਓਪੋਜ਼ਿਟ ਸਾਈਡ, ਉਹ ਸੂਰਜ ਤੋਂ ਥੋੜਾ ਜਿਹਾ ਪਰੇ ਚਲਾ ਗਿਆ। ਸਾਡੇ ਗਰਮੀ ਹੁੰਦੀ ਹੈ ਆਸਟ੍ਰੇਲੀਆ,
सर्दी हुंदी है। तो इंज यानी धरती घूमती है, कहते सूरज भी घूमता है। गुरु साहब ने बाणी में लिख दिता कि सूरज भी घूमता है, चंद्रमा भी घूमता है, जिन्ने तारे ने, मंगल है, बुध है, सब धरतियां ने, ये भी एक दूजे द्वारे चक्कर लगाते ने। पर इको एक ध्रुव तारा है जिन्हों बोधी वाला तारा भी कहते हैं। वो किसी द्वारे चक्कर नहीं लगाता है, वो अपनी जगह पे अचल खड़ा है। ऐसा भगवान है जिहड़ा उसका नाम जपदा है, उसनों सारिया वस्तुआं, सारे पदार्थ भी बख्शदा, राज भी बख्शदा, सारे मन के संकल्प भी पूरे करदा ते लोक दे विच अचल पदवी ते भी पहुंचाउंदा है। चार पदार्थ जेको मंगे, सात जना की सेवा लगे, जेको अपना दुख मिटावे, हर हर नाम लगे सदगावे, जेको अपनी शोभा लोरे, साथ संगी होमे शूरे, जेको जन्म मरण दे डरे, सात जना की सरनी परे, जिस जन को प्रभ दर्श पियास, नानक दाखे बल बल जैसा। ऐसा वाहिगुरु है जो इच्छा पूरक सर्व सुख दाता हर, जाके बस है काम देना। सो ऐसा कर ध्याइए मेरे जीअड़े, ता सर्व सुख पावे है मेरे मना। इसे ही श्लोक की व्याख्या शब्द शब्दोच्चारण करके कर रहे हैं। मेरी पुनिया मेरी ताय गुरुद्वारे आने तो सारी इच्छा कामना वाहिगुरु जी ने पूरी कर दी है। निरंजन राय जीओ, क्योंकि हे प्यारे जी, जब शुद्ध स्वरूप, राजा स्वरूप, प्रकाश रूप परमेश्वर ही मिल गया, फिर इच्छा कोई पीछे रही हुई नहीं है। जिसने घर राजा दर्शन दे देवे, बाकी फौजा वजीर सारे उहदे नाल ही होणगे, जो धन पदार्थ खजाना उहदा ही है। तो इंज गुरु नानक मिलिया पार ब्रह्म, तेरे चरणा को बलिहारा। गुरु नानक देव गोबिंद रूप, श्री गुरु नानक देव जी साडे लई परमात्मा गोबिंद दा रूप। जब उन्होंने दर्शन हो गए, साध संग जो तुम्हें मिलायो, तो सुनी तुम्हारी बाणी आनंद भया, देखद ही नानक प्रताप रखंदर बाणी। फिर महाराज मिल गया, वाहिगुरु जद मिल गया, गुरु मिल गया, तो वाहिगुरु मिल गया। जब वाहिगुरु मिल गया तो सारिया इच्छा गोपाल जी आरता, जो जन तुमरी भगत करंदे, तिनके काज स्वार्थ, सारी इच्छा पूरियां हो गईयां। आनंद भया वाट भागी हो, आनंद भया मेरी माए सतगुरु में पाया। ये बड़े भागा वाले हो, आनंद सुनो बड़ भागियो, सगल मनोरथ पूरे। पार ब्रह्म पाया, उतरे सगल वसूरे। ये बड़े भागा वाले हो, सानू ब्रह्मानंद प्राप्त होया है। तीन प्रकार का आनंद है, एक विषयानंद है, एक भोगानंद है, तीजा ब्रह्मानंद है। इन्हें विषयानंद संसार है, विषयानंद संसार है। भजनानंद हरदास, विषय भोगां दा आनंद तो दुनिया नूं है, ते भजन का आनंद वाहिगुरु जी के भगतां नूं है। ब्रह्मानंद जीवन मुक्त, जीवन मुक्त ब्रह्म ज्ञानियां नूं ब्रह्मानंद की प्राप्ति है। भई वासना नाश, क्योंकि उन्होंने वासना नाशयोग हो गई है। विषयानंद आनंद जल के कटोरे की तरह मनिया है, कटोरे विच पानी भरिया हुंदा है,
ਉਹ ਠੰਡਾ ਵੀ ਹੋ ਜਾਂਦਾ, ਤੱਤਾ ਵੀ ਹੋ ਜਾਂਦਾ, ਡੁੱਲ ਵੀ ਜਾਂਦਾ ਹੈ। ਇੰਜ ਜੋ ਵਿਸ਼ਿਆਂ ਦਾ ਆਨੰਦ ਹੈ ਜਲ ਦੇ ਕਟੋਰੇ ਦੀ ਤਰ੍ਹਾਂ, ਠੰਡਾ ਤੱਤਾ ਹੋਣ ਦੀ ਤਰ੍ਹਾਂ ਸਰੀਰਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ, ਡਾਕਟਰਾਂ ਦੇ ਚੱਕਰ ਕੱਢਣੇ ਪੈਂਦੇ ਹਨ। ਬਾਜ਼ਾਰ ਦੇ ਵਿੱਚ ਹਰੇਕ ਤੀਜੀ ਦੁਕਾਨ ਡਾਕਟਰ ਦੀ ਹੈ, ਮੈਡੀਕਲ ਸਟੋਰ ਡਾਕਟਰ ਦੀ, ਕਿਉਂਕਿ ਬਿਮਾਰੀਆਂ ਬਹੁਤ ਨੇ। तो इस वास्ते ये ठंडा तत्ता शरीर होने की तरह है, ये डुलन की तरह एक शरीर का विछोड़ा पै जाना, इंज विछड़ना डुलन की तरह है। इंज जो भजन का आनंद है ये बरसाती नाली की तरह है। जिन्ना चिर आ दुआबे में चो कहते ने चो, जिन्ना चिर बारिश पैंदी है पहाड़ों तो जल उन्होंने चोहां दे विच आके भर जाता है। वो भर के वगदे हैं, जब बरसात बंद हो जाती है तो जिहड़े चोह ने सुक जाते हैं। जिहड़ा ब्रह्मानंद है वो समुद्र की तरह अथाह है। समुद्र का पानी ना ठंडा होता ना तत्ता होंदा, ना डुलदा ना मुकदा। इंज ब्रह्मानंद सो जिहड़ा है वो एक रस होंदा। ये वाहिगुरु जी आनंद भरिया मन भागी हो, साडे बड़े भाग हन तां सानू आनंदी ब्रह्मानंद की प्राप्ति हुई है। या ये बड़े भागों वालियो ब्रह्मानंद प्राप्त होया है। प्रगटे प्रभ आए जियो, जो साडे अंतर गर्भी गृह घर विच परमेश्वर आप आके प्रगट साक्षात्कार हो गया है। पूर्व कमाए निष्काम कर्म कमाने करके ही अंदर कनु भी घर दे विच प्यारा आ गया है। आकी उपमा क्या गणा, उस वाहिगुरु के आगमन की उपमा महिमा में की जन के विचार के दसा। अब उसकी महिमा कथन नहीं की जा सकती। मन चाहो भया रब आगम सुनिया, हर मंगल गाओ सखी गृह मंदिर बनिया। हर गाओ मंगल नित सखी सोग दुख न व्यापे। गुर चरण लागी दिन सुभाग्य अपना बिल जापे। अनहद बाणी गुर शब्द जानी, हर नाम हर रस भोगो। कहे नानक प्रभु आप मिलिया करण कारण जोगो। ताकी उपमा क्या गणा, जिसनों वाहिगुरु आके आप मिलिया है उस संत उस महात्मा की उपमा मैं की गण के दसा। बेअंत पूर्ण सुख सहज दाता, वो अंत तो रहत गुना वाला है, सारे व्यापक है, सहज रूप के सुखों का दाता है या अचुत सुख का दाता है। आवन रसना गुण पड़ा, तेरे कवण कवण गुण कह गावा। तू सारे गुणी निधान तुमरी महिमा बरन न साको। तू ठाकुर योज भगवान। किहड़े किहड़े गुण एक रसना जबान दे नाल मैं उचारण करके दसा। ये वाहिगुरु जी तेरे बेअंत गुण हैं, तेरे गुण बहुत मैं एक ना जानिया। मैं मूर्ख किस दीजै प्रणमत नानक सुन मेरे साहिबा। डुबदा पत्थर लीजै तेरे गुणों का वर्णन नहीं किया जा सकता, कथन नहीं किए जा सकते। कथन कहन को सोझी नाही, जो भेखे इस बन जावे। आप मिलाए गह कंठ लाए, इसनों आप परमेश्वर ने अपने नाल मिला लिया है। उसनों परमेश्वर ने गह पकड़ के अभेद निश्चय रूप गले दे नाल ला लिया है। इस बिना नहीं जाए जियो, इस वाहिगुरु तो बिना और कोई भी जगह मुक्त होने नहीं है।
ये प्यारे जियो बल जाए नानक सदा करते। सतगुरु महाराज साहब कथन करते कि हमेशा रचनहार परमेश्वर के उपरों मैं बलिहार जाता आप मह रहिया समाये जियो। जो सारियां दे संभालिया मिल गया है। ये प्यारे जियो राग राम बली महला पंजवा। रामबली राग विच पंजवें पातशाह शहीदां दे सरताज धन सतगुरु अर्जन देव साहब जी ये पावन शब्द उच्चारण कर रहे हैं। धन श्री गुरु हरगोबिंद साहब जी के अवतार समय महाराज ने जिथे होर बेअंत शब्द रचे ने उथे आ भी एक रामबली राग वाला शब्द उच्चारण करके सर्व संजा उपदेश देना कीता है। साध संगत जीओ गुरु महाराज ये पावन पंक्तियों के विच शुभ विचार पेश कर रहे हैं। राण झुंझनड़ा गाऊ सखी। ये संत रूप सखी से लियो तुसी राण सुंदर झुंझनड़ा चुनकार वाला जस या राण झुंझनड़ा एक रस प्रभु का कीर्तन गाउना करो। जिवें अखंड कीर्तनी है अखंड मतलब एक रस कीर्तन करते हैं। जब वो जथा चेंज होंदा तो वाहिगुरु 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 करदियां भी चेंज करते हैं। मतलब उन्ना समा भी स्पेस नहीं दिंदे एक शब्द नूं लंबा ही लई जाते हैं। विच वाहिगुरु वाहिगुरु विच प्रमाण के तौर पर होर शब्द पढ़ी जाते। ये सारी सारी रात लगे रहिंदे ने बड़ी बड़ी उच्ची पूरे तनों मन है प्यार के नाल। जिहड़ी उन्हां दी संगत मैं वेखी है वो सिमरन बहुत करती है। असीं लोग बस फॉर्मैलिटी निभा के मारी छाल उठ के गांव है ते वो बंदे बड़े दिलों प्रेम के नाल इस तरह मर्जी करन पर दिलों प्रेम के नाल ये बाद में भी सिमरन का चौकड़ा मारते अमृत वेले सामभते ने। भाई जसवीर सिंह जी खन्ने वाले गुरुद्वारा साहब डेली अमृत वेले पहला सिमरन होंदा है। उस तो बाद ही ते बाकी का नितनेम आदत जो रोज की मर्यादा है सिमरन का विसार नहीं करते। इंज अखंड कीर्तन का मतलब एक रस सुंदर चुनकार वाला वाजियां गाजियां दे नाल तुसीं कीर्तन गाउना करो। क्योंकि साध संगत कीर्तन गाया नानक ते बहुर न आया। ऐसा कीर्तन कर मन मेरे इह ओह जो काम तेरे। हर कीर्तन सुने हर कीर्तन गावे तेसे दोष निकट नहीं आवे। क्यों ये गुरु साहब का हुक्म है कि गाना बजाना करना होवे ते कीर्तन का करो भाई। हर एक ध्यावो हर एक हरि परमेश्वर के नाम नूं मन ला के ध्याना करो। मन ला के आराधना करो। आराधना आराधना निक हर हर नाम आराधना। ये मन हर जी ध्याए तो एक मन एक चित भाई। हर की सदा सदा बढ़ियाइयां दे न पछोता है। संत बाबा अतर सिंह जी मस्तवाना साहब वाले उन्होंने कोई प्रेमी आगे कहने लगा बाबा जी मेरा मन नहीं टिकता मैं की करा। मैं बथेरा नितनेम करदा मूल मंत्र करदा कहते भाई तू बथेरा ना करिया कर भावें गिनती का कर लिया कर। आ फड़ माला रोज ही भावें एक ही माला फेर ते पर मटका उदों सुटना है जदों तेरा मन टिके। उंज समझना भी कीता नहीं है। जिस मूल मंत्र का पाठ करदिया होया मन एकाग्र होवे उन्होंने गिनती च लियाना भावें माला की कर उन्हें कितना चਿਰ ਲੱਗੇ रहना मन टिकना कोई नहीं। हौली हौली जब आप ध्यान ही नहीं देंगे तो सोचा सोची जाइदा अरदास होगी 2-4 मिनटों की ये नहीं मन टिकता। वो पता उदों लगता जो अरदास संपूर्ण हो जाती है
फिर दोबारा तो करन लगी था क्योंकि मन जो नहीं टिकिया, फिर मन भज जाता, आखिर मत्था टेकना ही पैंदा भी हुण कोई गल नहीं। महाराज को पता ही है ये मन चंचला, चतुराई किने न पाया, इहदा सुभाव ही चंचल है। मन पाला गुरमुख वसियान, ये मन पारी की तरह है जो मर्यादा रूपी गोली हेठ नहीं ठहरना, जितना जोर लाओगे उन्ना भजोगा। जे मन टिक गया फिर तो रब ही मिल गया, फिर तो कहानी खत्म हो गई ना, फिर तो कोई लोड़ ही नहीं है। ये कहानियां सारिया मन दी ने, जिन्नियां भी आप पा रहे एक दूजे ने सब मन दी ने, क्योंकि उन्हें आप एक मिनट नहीं बैठ सकते। ये कहानियां के नाल बंदा जुड़िया रहता है। आने बाने ये मन टिकाउण का साधन है, ये तो कहानी खत्म हो गई। जे मन टिक गया, इसलिए ये बहुता लंबा नहीं सोचना। गुरु साहब के चरणों च अरदास करिए, महाराज कृपा करदा मन बसिया वे नानक, जे पूर्ण कृपा होए। हुण पूर्ण कृपा साडे ते जे होगी तो तां ही मन टिकूगा, जे पूर्ण कृपा होगी फिर गल खत्म हो गई। इसलिए कोशिश जरूर करनी चाहिए है। गुरु साहब कृपा करे। महाराज कहते हरेक त्यागो, ये मन अज हर जी त्याई तो एक मन एक जित पाए, हर किया सदा सदा वडियाइयां दी न पछोताए। एक हरि परमेश्वर को ध्याना करो। इसी प्रकार राण झुंझनड़ा गाओ सती, राण नाम है युद्ध का, तो काम क्रोध आदतां का युद्ध साडे अंदर चल रहा, इहनूं झुंझनड़ा जितना है। आपां बड़ा फख्र करते हैं कि फलाने से मैं जोर पा लिया, उन्होंने दबा लिया, उन्होंने आपकी ईद बना ली, आपकी गल बना ली, वो मेरे हथों हार गया। जब मैं फाइट किया तो मैं जित गया। फाइट करने वाला बंदा जितया नहीं होंदा, जिहड़ा फाइटर होंदा है वो हारिया होंदा है। मान लो भी मेरा किसी से जोर नहीं चलिया तो मैं डांग चुक ली, डांग चुकन की सब तो वड्डी मूर्खता है। जिहड़ी गल धीरज नाल निबड़े, सबर संतोख नाल निबड़े, उहदे नाल दी रीस नहीं है। पत्थर मारना तो कमले तो कमला बंदा भी जानता है। श्री गुरु नानक देव जी की थ्योरी डांग चुकना या पत्थर मारना नहीं है। महाराज सच्चे पातशाह का मत प्यार का है, श्रद्धा का है। भावें आप माड़ा कहते हैं, कहना नहीं चाहिए उतना किसी को। रौला पाने भी आप सिंह साहब बड़े कटक भयानक जी। राधा स्वामी तुम वेखो किसी अखबार च आपकी फोटो नहीं मिलती, कोई एडवरटाइजमेंट नहीं, कोई इश्तेहार तुम लगा देखा राधा स्वामी। साढ़े हजारों ही बोर्ड ने सड़कों के ऊपर, फिर भी मुंडे साढ़े मुंडे हो ही जाते हैं। कितना अमृत संचार होंगे, कितने साधु संत ने कथा कीर्तन वाली को मनना कर, बिल्कुल नहीं। मैं तो अज तक उन्होंने वेखिया भी नहीं, पता नहीं किस तरह बैठते हैं। पर लोग जिथे पता लगे इतने मोहाली दी सड़क पट्टिया गई, इतने होना सी गल तो प्यार दी है। तो अगले प्यार करते हैं, जीव आया कहते हैं, सबना का सत्कार करते हैं। जोड़ा संगत जाए लैके जाए वो सोने का कड़ा पाते, तो गड्डी भर के लिया भाई, तो मुफ्त भोजन देंगे हैं, तो हॉस्पिटल मुफ्त इलाज करते हैं, लोगों के घर तक जाके मदद कर जाते हैं। तो आप हमेशा बसे च रहना होया। इस वास्ते ये गुरु नानक साहब सच्चे पातशाह का जो मत है वो प्यार का मत है, फाइट का मत नहीं। तो असी जंग करके किसी को जित नहीं सकते जो प्यार में जितया जाता है। क्योंकि बुरिया नाल बुराई करनी, मुआफ करने भी सियाने, बुरिया नाल भी नेकी करनी, ये गुरु नानक जाने। सो जिहड़े बुरे ने उन्होंने भी नेकी करनी है। जो काम क्रोध आदतां का युद्ध है, इन्हों फाइट करो। मन से जूझ मरे पर पाए, जे जूझना तो मन नाल जूझो, लड़ाई करी जाओ। खालसा सो जो करे नित जंग, खालसा वो जिहड़ा नित जंग करे, घरदियां नाल नहीं, गली बाजार च नहीं, आपदे मन दे नाल। जिहड़े काम क्रोध आदि वैरी ने उन्होंने फाइट करो, मार मार कट के दिखाओ भला।
कमजोर के उपर तो हरेक जोर पा लेंदा। इन्हां तगड़ियां नूं वस करके दिखाओ। मन जीता जग जीत। जिहड़ा मन जीता गुरु नानक साहब कहते वो जग के उपर अपने आप ही जित प्राप्त कर लैंदा। ये साडे अंदर युद्ध चल रहा है। कहते ने मलार की वार दे विच आपे छिंज पवाए। छिंज कहते जिथे घोल कबड्डी होनी हो, आपे छिंज पवाए। मल्ला अखाड़ा रचिया। मल कहते हैं पहलवान नूं, अखाड़ा कहते हैं जे चुप घोल करते हैं। ये छिंज पैनी इउं एक दूजे नाल घुलना। इंज महाराज ने आपे छिंज पाई हुई संसार दे विच। ये मल अखाड़ा रचिया होया है। हथे भड़तू पाए गुरमुख मचिया। जिहड़े गुरमुख ने इन्हां भड़तू पा दिता उन्हें सारी साध संगत जीओ बड़े मचे चढ़दी कला दे विच रहे। मार मार थापियां ते जिहड़े कमजोर दिल सन उन्हां दी लत्तां कंबण लग गईयां। इहो जिहे भलवान ने ओ गोसाई दा पहलवान दा मैं गुर मिलोचन मानड़ा उच्चा दमाला गुरुद्वारे साहिब का आना ही नहीं चाहिए बिना दस्तार तो। जिहड़े सिरों मोने भी ने उन्होंने भी बेनती है कि परना बन के आया कर 2 मिनट का 2.5 मिनट का जिन्ना तुहानूं चंगा लगदा। जिहड़े केसाधारी ने वो तो दस्तार दे नाल ही होण ते दस्तार हुंदी है 10 मीटर की घट्टो घट्ट ते 8.5 9 मीटर की तो होनी चाहिए हुई है। 6-7 मीटर की दस्तार ते 2.5 मीटर का थले परना। निहंग सिंह वेखो किन्ने किन्ने मीटर की दस्तार बन्नते हैं, उपर परला कढ़ते हैं। महाराज कहते कि जो गुरमुख का जीवन है वो भलवाना वर्गा है। जिहड़े पहलवान होंदे ने वो आपदा झंडा उच्चा करके लाउंदे हैं, जिन्होंने झंडी कहते हैं। इंज हूँ गुसाई का पहलवानड़ा मैं गुरमेल उचित मालना। निहंगां ने सिर ते झंडा लाता उच्चा उच्चा दमाला सजाया है। हूँ गुसाई का पहलवानड़ा मैं गुरमेल उचित मालना। सब होई छिंज इकट्ठी है दईओ बैठा वेख आप जियो। बात वजन टमक भेरियां पल ते लैंदे फेरियां। नेते 5 जवान मैं गुर थापी दिती खंड जियो। मां ने सानू थापी दित्तियां मार मार थापड़े ते पट्टां दे ते 4 सवेरे छिंज दे विच जदों ये धमाल पाउंदा है तां फिर अपने आप ही धरती हिलदी है। कमजोर दिल जिहड़े ने वो दौड़ जाते हैं। लथे पड़तू पाए गुरमुख मचिया। जब गुरमुख मचदा चढ़दी कला दे विच धमाल पाउंदा तां धरती हिलदी है। मनमुख मारे पछाण मोर कच्चे है। बेवकूफ झूठे मनमुख बंदे वो पिछड़ जाते हैं। वो मुंह पार पटका के मारता है। आप बड़िया मारे आप कारज रचिया। स्वामी आपे खेड़ करदा आपे ही घुलदा आपे ही पछाड़दा है। जिहदे विच जोर पा दे। भाई बचित्र सिंह वेखो नागरी बरसी नाल हाथी नूं चित कर दिंदा है। इहदे बंदे दा मुकाबला भी हाथी नाल। ये कलगीधर ने थापी नहीं दी। सबना खसम एक है गुरमुख जानी है। हुक्म ही लिखा सब लेख मेरे को मसवाणी है। क्यों जो सूरमा वो है जाको हर मिलागो सलूक में सो गई है। सूरज में वाहिगुरू का प्रेम लगा। एक आम आदका दी नाल युद्ध करके इन्हू जितना है। तो इस मनुखा शरीर की रणभूमि विच जीवन मुक्ति नूं पाउण वास्ते जूझना है। या संसार रूपी युद्ध भूमि च मोह नूं हरा के विवेक नूं जितना है या विवेक नूं राज ते बिठाउणा है। यही जूझना है। पाप जीवित भाव तो मर के पार ब्रह्म का रूप होना है। आसरी शब्दां नाल जूझ के देवी शब्दां दी जित कराउणी है। सत स्वरूप की जित प्राप्त करनी है। एक त्यावहु एक महाराज कहते ने भी एक ओंकार बाणी की जी आरंभता एक तो की है। हर एक त्यावो मेरे मना पसंद राग के वचन है। एको जप एको सारा एक शब्द एको मना। एक स्कीम गाओ अनंत मन तर जाप एको अंत।
ਇੱਕ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਹੀ ਧਿਆਉਣਾ ਕਰੋ। ਸਤਿਗੁਰ ਤੁਮ ਸੇਵ ਸਖੀ। ਇਹ ਸਤਿਗੁਰੂ ਸੇਵੀਓ, ਤੁਸੀਂ ਸਤਿਗੁਰੂ ਸਾਹਿਬ ਜੀ ਨੂੰ ਸੇਵਨਾ ਕਰੋ। ਮਨ ਚਿੰਦਿਆੜਾ ਫਲ ਪਾਵਹੁ। ਅਤੇ ਮਨ ਚਿਤ ਫਲ ਨੂੰ ਤੁਸੀਂ ਪਾਉਣਾ ਕਰੋ, ਕਿਉਂਕਿ ਸਤਿਗੁਰੂ की सेवा सफल है जे को करे चित लाए। मन जिंदिया वर पावना हमें विचों जाए। ਜਿਹੜਾ ਬੰਦਾ ਘਰੋਂ ਬਿਮਾਰ ਆਵੇ ਤੇ ਸਾਰੇ ਪਾਸੇ ਤੋਂ ਆਸਾਂ ਮੁੱਕ ਜਾਣ, ਗੁਰੂ ਘਰ ਦੀ ਸੇਵਾ ਕਰਨ ਨਾਲ ਜੇ ਉਹਦਾ ਚਿੱਤ ਹੋਵੇ ਉਹ ਤੰਦਰੁਸਤ ਹੋ ਸਕਦਾ ਹੈ। ਤੇ ਇਸ ਲਈ ਜੇ ਕੋਈ ਨਿਰਧਨ ਹੋਵੇ, ਗਰੀਬ ਹੋਵੇ ਤੇ ਮਹਾਰਾਜ ਦੀ ਸੇਵਾ ਕਰਨ ਤੋਂ ਅਮੀਰ ਹੋ ਜਾਂਦਾ ਹੈ। ਸਹਿਸਕ੍ਰਿਤ ਦੀ ਸ਼ਲੋਕ ਦੇ ਵਿੱਚ ਲਿਖਿਆ ਹੈ, ਗੁਰੂ ਸਾਹਿਬ ਨੇ, ਨਾਨਕ ਗੁਰ ਸੇਵਾ ਕਿੰਜ ਨਾ ਲੱਭਿਆ। ਤੇ ਤੁਸੀਂ ਦੱਸੋ ਵੀ ਗੁਰਦੁਆਰੇ ਦੀ ਸੇਵਾ ਕਰਨ ਨੂੰ ਕੀ ਕੁਛ ਨਹੀਂ ਲੱਭਦਾ। ਕੋਈ ਮੂਰਖ ਤੋਂ ਮੂਰਖ ਬੰਦਾ ਵੀ ਆਵੇ, ਉਹ ਵੀ ਕਥਾਵਾਚਕ ਬਣ ਜਾਂਦਾ, ਵਿਦਵਾਨ ਬਣ ਜਾਂਦਾ। ਅੜੇਲ ਸੁਣਿਆ ਗੁੰਮ ਜੋ ਜਾਹੇ ਸੋ ਰਸਨਾ ਗਾਵੇ। ਜਿਹਨੂੰ ਬੋਲਣਾ ਨਾ ਆਉਂਦਾ ਹੋਵੇ ਉਹਦੀ ਜ਼ਬਾਨ ਚੱਲਣ ਲੱਗ ਜਾਂਦੀ, ਕੁੰਗੇ ਬੋਲਣ ਲੱਗ ਜਾਂਦੇ ਨੇ। ਤੇ ਸੁਣਿਆ ਮੂੜ ਚਿਤ ਲਾਏ ਚਤੁਰਦਾ ਆਵੇ। ਕੋਈ ਮੂਰਖ ਬੰਦਾ ਸੁਣੇ ਉਹਦੇ ਚ ਸਿਆਣਪ ਆ ਜਾਂਦੀ। ਅੜੇਲ ਸੁਣਿਆ ਗੁੰਮ ਜੋ ਜਾਹੇ ਸੋ ਰਸਨਾ ਪਾਵੇ। ਸੁਣਿਆ ਮੂੜ ਚਿਤ ਲਾਏ ਚਤੁਰਦਾ ਆਵੇ। ਦੂਰ ਦਰਦ ਭਉ ਨਿਕਟ ਨਾ ਤੇ ਨਰਕੇ ਰਹੇ। ਨਾ ਦੁੱਖ ਨਾ ਦਰਦ ਨਾ ਭਉ। ਦੁੱਖ ਵੀ ਨਹੀਂ ਹੋਊਗਾ, ਦਰਦ ਵੀ ਨਹੀਂ ਹੋਊਗੀ। ਰੋਗ ਆਊਗਾ ਸਹੀ ਕਰਮਾਂ ਦਾ, ਪਰ ਉਹਦੀ ਦਰਦ ਨਹੀਂ ਹੋਊਗੀ। ਦੁੱਖ ਦਾ ਮਤਲਬ ਹੈ ਚਿੰਤਾ ਦਾ ਵਿਸ਼ਾ ਨਹੀਂ ਬਣੂਗਾ। ਤੇ ਦੁੱਖ ਦਰਦ ਭਾਉ, ਕਿਸੇ ਦਾ ਡਰ ਨਹੀਂ ਲੱਗੇਗਾ। ਨਿਕਟ ਨਾ ਆਵੇ, ਇਹ ਚੀਜ਼ਾਂ ਨੇੜੇ ਨਹੀਂ ਆਉਣਗੀਆਂ। ਉਹ ਜੋ ਜਾ ਕੀ ਇੱਕ ਵਾਰ ਚੌਬੀ ਦੁੱਖ ਹੈ, ਉਹ ਛੰਦ ਦੀ ਚਾਲ ਹੈ, ਅੜਿਲ ਦੀ ਚਾਲ। ਜਿਹੜਾ ਇੱਕ ਵਾਰ ਵੀ ਗੁਰੂ ਗੋਬਿੰਦ ਸਿੰਘ ਦੀ ਉਚਾਰੀ ਚੌਪੜੀ ਦਾ ਪਾਠ ਕਰਦੇ ਹੋਊਗਾ, ਗੱਜ ਕਰ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੀ ਚੌਪੜੀ ਅਵਿਓ ਵਾਜਬੀ ਅੰਦੀ ਚੌਪਈ ਅਵਰੀ ਕਰੋ ਹਾਥ ਦਾ ਰਚਾ ਪੂਰਨ ਹੋਏ ਚਿਤ ਕੀ ਸੇ ਚੌਪੜੀ ਸ਼ਬਦ ਦਾ ਪਾਠ। ਤੇ ਇਉਂ ਭੂਤਾਂ ਪ੍ਰੇਤਾਂ ਦੀ ਛਾਇਆ ਛੱਪਾ ਵੀ ਦੌੜ ਜਾਂਦੀ ਹੈ, ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ। ਤੋ ਜਿਹੜਾ ਮਹਾਰਾਜ ਦਾ ਨਾਮ ਜਪਦਾ ਨਿਰਤਨ ਕੋ ਤੁਮ ਦੇਵੋ ਧਨਾ। ਤੇ ਜਿਹੜੇ ਨਿਰਧਨ ਹੁੰਦੇ ਨੇ ਉਹਨਾਂ ਨੂੰ ਮਹਾਰਾਜ ਨਾਮ ਤਨ ਦੇ ਨਾਲ, ਦੁਨਿਆਵੀ ਤਨ ਦੇ ਨਾਲ ਮਾਲਾ ਮਾਲ ਕਰ ਦਿੰਦਾ, ਦੁੱਖਾਂ ਤੋਂ ਸੁੱਖ ਬਣਾ ਦਿੰਦਾ ਹੈ। ਕਹਿੰਦੇ ਨੇ ਸ੍ਰੀ ਰਾਗ ਮਹੱਲਾ ਪੰਜਵਾ। ਜਾਕੋ ਮੁਸ਼ਕਲ ਯਤ ਬਣੇ ਢੋਈ ਖੋਏ ਨੰਦੇ। ਲਾਗੂ ਹੋਏ ਦੁਸ਼ਮਣ ਸਾਥ ਪੇ ਪਜ ਖਲੇ। ਸੁਭੋ ਪੰਜੇ ਆਸਰ ਚੁੱਕੇ ਸਮੇਂ ਸਰਾਮ। ਚੇਤੇ ਆਵੇ ਉਸ ਪਾਲ ਬ੍ਰਹਮ ਲਗੇ ਨ ਤੀਵਾ। ਸਾਹਿਬ ਨਿਤਾਣੀ ਅੰਗ ਤਾਣ ਆਏ ਨ ਜਾਈ ਤੇ ਸਦਾ। ਗੁਰ ਸੰਧੀ ਹਰ ਜਾਨ ਰਹਾਉ। ਜੇ ਕੋ ਹੋਵੇ ਗੁਰ ਸਬਦੀ ਸੱਚ ਜਾਣ ਰਹਾਉ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ। ਕੋਈ ਦੁਬਲਾ ਕਮਜ਼ੋਰ ਜਿਹਾ ਹੋਵੇ, ਜਿਹਨੂੰ ਕੋਈ ਰੋਟੀ ਪਾਣੀ ਲੱਗਦਾ ਨਾ ਹੋਵੇ, ਕੋਈ ਦਵਾਈ ਬੂਟੀ ਅਸਰ ਨਾ ਕਰਦੀ ਹੋਵੇ, ਉਹਨੂੰ ਮਹਾਰਾਜ ਦਵਾਈ ਵੀ ਅਸਰ ਕਰਨ ਲੱਗ ਪੈਂਦੀ ਤੇ ਪਾਣੀ ਵੀ ਦੁੱਧ ਵਾਂਗ ਅਸਰ ਕਰਦਾ। ਤੇ ਇਉਂ ਕਮਜ਼ੋਰ ਬੰਦੇ ਬਲਵਾਨ ਬਣ ਜਾਂਦੇ ਨੇ। ਜਾਂ ਔਗਣਾ ਕਰਕੇ ਕਮਜ਼ੋਰ ਹੋਵੇ, ਗੁਣਾ ਕਰਕੇ ਬੜਬੜਾ ਹੋ ਜਾਂਦਾ। ਕੋਈ ਨੰਗਾ ਹੋਵੇ ਉਹਨੂੰ ਮਹਾਰਾਜ ਬਸ ਚੋਲਾ ਸਾਹਿਬ ਦੇ ਕੇ ਢੱਕ ਦਿੰਦਾ। ਕੋਈ ਭੁੱਖਾ ਹੋਵੇ ਤੇ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਜੀਓ ਸਬਰ ਸੰਤੋਖ ਬਖਸ਼ ਦਿੰਦਾ। ਕੋਈ ਪੀੜ ਵਾਲਾ ਹੋਵੇ ਉਹਦੀਆਂ ਦਰਦਾਂ ਖਤਮ ਕਰ ਦਿੰਦਾ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ। ਦਬੜਾ ਪੱਲੇ ਨਾ ਪਵੇ, ਜਿਹਦੇ ਪੱਲੇ ਇੱਕ ਪੈਸਾ ਵੀ ਨਾ ਪੈਂਦਾ ਹੋਵੇ, ਯਾਨੀ ਪ੍ਰੋਫਿਟ ਨਾ ਹੁੰਦਾ ਹੋਵੇ। ਦੁਨੀਆ ਕਰੋੜਾਂ ਪਤੀ ਹੈ ਪਰ ਫਿਰ ਵੀ ਘਬਰਾਈ ਹੋਈ ਹੈ। ਕਿਉਂ? ਕਿਉਂਕਿ ਕਮਾਈ ਆਉਂਦੀ ਤਾਂ ਬੜੀ ਹੈ, ਪਰ ਕਹਿੰਦੇ ਬਰਕਤ ਨਹੀਂ ਪੈਂਦੀ। ਗੱਲ ਤਾਂ ਬਰਕਤ ਦੀ ਹੈ, ਗੱਲ ਆਉਣ ਦੀ ਨਹੀਂ ਹੈ। ਬਰਕਤ ਦੀ ਬਾਤ ਹੈ। ਬਰਕਤ ਰੱਬ ਰੁਪਈਏ 'ਚ ਵੀ ਪਾ ਸਕਦਾ ਹੈ, ਤੇ ਜੇ ਉਹਦੀ ਨਿਗਾਹ ਨਾ ਹੋਵੇ ਫਿਰ ਲੱਖ 'ਚ ਵੀ ਨਹੀਂ ਪੈਂਦੀ ਹੈ। ਕਿਉਂ? ਜਿਹਦੇ ਪੱਲੇ ਬਰਕਤ ਨਾ ਹੋਵੇ
भगत नामदेव जी बारे लिखा कि आठ दाम को शिवर हुए लाखी अद्धी अद्धी कौड़ी वास्ते है शिवे ज्यादा नाम दे वेखो मेहनत मशक्कत करने वाला लखा का बन गया। जिन्नी भी आप गोलक च माया भेटा करते हैं नामदेव को भी तो मत्था जाता ही है उन्होंने भी नमस्कार करते हैं मत्था टेकते जिन्हें संत भगत ने सब गरीबी दावे च रह के नाम जपते रहे पर मारे कितने लखा की बन गए कोई दमड़ा पैसा पले ना होवे ना कोई दीव है धीर है कोई धीरज देने वाला भी ना होवे हौसला भी ना देवे भी कोई गल नहीं असी तेरे नाल मतलब सारे साथ छड़ जान स्वार्थ सुभाव ना को करे ना किछ होवे कार कोई भी मनुख की लोड़ कर्ज पूरी ना करे कोई ओदा काम सिरे ना चढ़े चेती आवे उस पार ब्रह्म एक बारी ची बोल के कह दो जी सतनाम श्री वाहिगुरू नेचर हो गएगा उदा राज अचल हो जाएगा। मतलब जिदा कोई सिंघासन कोई जगह डोलती होवे तुसी सुखमनी साहब का पाठ करो आपकी जगह से जपजी साहब सुखमनी साहब या गुरु घर आके महाराज के चरणों च बैठ के पढ़ो सच्चे पातशाह कृपा कर देगा थोड़े दिन बदल जाएंगे एकदम जिहड़ी चिंता है खत्म हो जाएगी कोई ना कोई जुगाड़ महाराज लड़ा देगा एक राह बंद करता 10 खोल दिता है जाको चिंता बहुत बहुत जिन्हों बड़ी चिंता होवे ते देह ही व्यापै रो शरीर हमेशा रोगी रहिंदा होवे गृहस्थ कुटुंब पलेटिया हमेशा गृहस्थ के जंजाल के परिवार के जंजाल फसिया रहिंदा होवे ते एक मिनट भी रब का नाम लैण का टाइम ना होवे कदे हर्ज कदे सोग कदे खुशी कदे गमी होवे तुसी संगत जाओ गुरु साहब कृपा करूगा गौण करे चौकुंड का जिहड़ा सारी धरती ते तुरिया फिरदा दर दर की खाक शानदार होवे पर पल्ले एक पंजी भी ना पवे घड़ी ना बैसन सोए एक घड़ी बहना ना मिले सोना ना मिले ते पैसा ही भगवान नहीं है पैसा तो बहुत है ते पर टिका नहीं है शांति नहीं है इसलिए थोड़ा बहुत टाइम संगत लई नितनेम लई नहाउण धोण लई जरूरी है। तो इसलिए जिहदे पल्ले भावें पैसा तो होवे पर उहदे कोल टिका ना होवे बैठण नूं ना मिलदा होवे मन चिंतातुर होवे चित आवे उस पार ब्रह्म धन मन शीतल होए उचारण करो सतनाम श्री वाहिगुरू। जब पार ब्रह्म परमेश्वर चेते आ जाए उहदा तन अते मन शीतल हो जाता ठंडा ठार हो जाता। मैं मुसलमानों को देखिया एक शटर छुट के खड़े के बैठिया वेखिया एकदम नमाज का टाइम होया शटर छुट के उन्हें आपका मसला उछाया दुकान के खड़े की गोटियां मुटियां मार रही एक इतों लुधियाने तो आ गया सीगा इतने मरिंडे शायद बस स्टैंड की गल है वो थड़े की वेट कर रहे थे एकदम पता नहीं की होया उन्हें बैग बुक सुटिया परा ते आपदा उन्हें आसन लाया गोटियां मुटियां मारिया थले आसन विछा के हाथ जोड़ के अखा बंद कर लिया बस आउंदी ते लंघ जाए भावें साडा नमाज का टाइम हो गया ते पर साडे च ढलियाई है कि श्री जपजी साहिब का पाठ या रहरस का पाठ या कीर्तन सुले का पाठ ते जो समा है नितनेम का ये सानू भुल जाता है निजम के नाल भावें बंदा थोड़ा करे पर करे जरूर गुरु साहब कृपा करता है। आ साडे सुहाने मसीत एक बार मैं वेखिया वेखदे वेखदे उतना कुछ भी नहीं तुसीं जाओगे खाली बिल्कुल ना अंदर ना बाहर वेखदे वेखदे घट्टो घट्ट 100-150 सैकड़ उत्थे आ गए लग गए। ये सारा मजदूर टपका डेली वेज वाले बंदे कोई पेंटर है तो कोई मिस्त्री है कोई लेबर है कोई कुछ है वो सैकल से आए तो आके उन्हें आपका टाइम लाया शायद शुक्रवार को पढ़ते हैं पता नहीं वीरवार शाम को पढ़ते हैं जुम्मे वाला शुक्रवार ही होता शायद साडा ठेकेदार पत्थर का ये मक्के का हाजी है निजामुद्दीन हाजी मैं बहुत सत्कार करता जो भी मिले उन्होंने फतेह बुलाई दी है तो वो भी हस के मिलता पूरा महाराज की कृपा बहुत है पर निम्रता हाथ दी जिन्ने भी पत्थर वाले सारे मुसलमान उन्ने टाइम जो छुट्टी कर दिता शुक्रवार की शाम अद्धा दिन शायद छुट्टी का दिता भी आपकी नमाज जरूर अदा करो जो टाइम टेबल धर्म का
ਜਿਹੜੇ ਗੋਰੇ ਨੇ ਉਹ ਸਾਡੇ ਦੇਸ਼ ਉੱਪਰ ਕਿਉਂ ਰਾਜ ਕਰ ਗਏ? ਉਹਨਾਂ ਸਾਰਾ ਕੁਝ ਸਾਡਾ ਵੇਖਿਆ ਪਰਖਿਆ। ਸਾਨੂੰ ਲੈ ਕੇ ਉਹਨਾਂ ਜਰਮਨ ਦੀ ਜੰਗ ਜਿੱਤੀ। ਉਹਨਾਂ ਵੇਖਿਆ ਵੀ ਜਿਹੜੇ ਸਿੱਖ ਨੇ ਆਪਣੇ ਧਰਮ 'ਚ ਬੜੇ ਪਰਪੱਕ ਨੇ। ਉਹ ਤਾਂ ਮੂਰਖ ਹੈ ਬੰਦਾ ਜਿਹੜਾ ਗਾਤਰਾ ਲਵਾਉਂਦਾ ਤੇ ਗੁਰਦੁਆਰੇ ਤੋਂ ਦੂਰ ਕਰਦਾ। ਉਹ ਇਹ ਮੂਰਖਾਂ ਵਾਲੀ ਰਾਜਨੀਤੀ। ਗੋਰੇ ਬੜੇ ਸਿਆਣੇ ਸੀਗੇ। ਉਹਨਾਂ ਸਭ ਤੋਂ ਪਹਿਲਾਂ ਜਦ ਸਿੱਖ ਭਰਤੀ ਕੀਤੇ ਤੇ ਗਾਤਰੇ ਵਾਲੇ ਕੀਤੇ। ਕਹਿੰਦੇ ਜਿਹੜੇ ਬੰਦਾ ਆਪਦੇ ਧਰਮ 'ਚ ਹੀ ਪੱਕਾ ਨਹੀਂ ਉਹ ਸਾਡੇ ਵਫਾਦਾਰੀ ਕੀ ਕਰੂਗਾ? ਪਹਿਲਾਂ ਆਪਣੇ ਗੁਰੂ ਦਾ ਘਰ ਦਾ ਵਫਾਦਾਰ ਤਾਂ ਹੋਵੇ। ਕਿਸੇ ਨਾਲ ਵੀ ਫਰੈਂਡਸ਼ਿਪ ਕਰਨ ਤੋਂ ਪਹਿਲਾਂ ਉਹਦੀ ਬੈਕਗਰਾਉਂਡ ਚੈੱਕ ਕਰੋ ਵੀ ਇਹਨੇ ਭਰਾਵਾਂ ਨਾਲ ਧੋਖਾ ਤਾਂ ਨਹੀਂ ਕੀਤਾ। ਜਿਹਨੇ ਸਗੀ ਮਾਂ ਨਾਲ ਠੱਗੀ ਮਾਰ ਲਈ, ਸਗੀ ਭੈਣ ਨਾਲ, ਸਗੇ ਭਰਾਵਾਂ ਨੂੰ ਠੱਗਿਆ, ਆਪਦੇ ਘਰਦਿਆਂ ਨੂੰ ਛੱਡਿਆ, ਉਹ ਤੁਹਾਡਾ ਕੀ ਬਣੇਗਾ ਦੱਸੋ? ਜਿਹੜਾ ਗੁਰਦੁਆਰੇ ਦਾ ਬੰਦਾ ਨਹੀਂ ਰਿਹਾ ਉਹ ਦੂਜੇ ਦੀ ਕਿਵੇਂ ਵਫਾਦਾਰੀ ਕਰ ਸਕਦਾ? ਸੋ ਗੋਰਿਆਂ ਨੇ ਅੰਮ੍ਰਿਤਧਾਰੀ ਸਿੰਘ ਭਰਤੀ ਕੀਤੇ। ਉਹਨਾਂ ਦਾ ਗਾਤਰਾ ਨਹੀਂ ਲਵਾਇਆ। ਸਾਡੇ ਬੰਦੇ ਤਾਂ ਮੂਰਖ ਨੇ। ਜਿਹਨੇ ਫੌਜ ਜਾਂ ਪੁਲਿਸ 'ਚ ਭਰਤੀ ਹੋਣਾ ਗਏ ਜੀ ਗਾਤਰਾ ਕਿਉਂ ਪਾਇਆ ਜੀ, ਕੇਸ ਕਿਉਂ ਰੱਖੇ ਨੇ? ਮੁੰਡਿਆਂ ਦੇ ਮਨ ਦਾ ਭੁਲੇਖਾ ਹੈ। ਉਹ ਸਭ ਤੋਂ ਪਹਿਲਾਂ ਜੂੜਾ ਬਣਾਉਂਦੇ ਨੇ, ਗਾਤਰਾ ਨੂੰ ਸ਼ਹਿਰ ਨੂੰ ਚੰਗਾ ਹੀ ਸਮਝਦੇ। ਇਸ ਵਾਸਤੇ ਇਹ ਕੋਈ ਚੰਗੀ ਬਾਤ ਨਹੀਂ ਹੈ। ਅੰਮ੍ਰਿਤਧਾਰੀ ਸਿੰਘ ਬਣਾਏ ਉਹਨਾਂ ਨੇ ਤੇ ਨਾਲੇ ਗੁਰਦੁਆਰੇ ਦੀ ਪ੍ਰੋਵੀਜ਼ਨ ਵੀ ਕੀਤੀ। ਉਹਨਾਂ ਦੀਆਂ ਫੋਟੋਆਂ ਵੇਖੀਆਂ ਨੇ, ਪੈਰੀ ਭਾਵੇਂ ਬੂਟ ਪਾਏ ਨੇ ਤੇ ਤੁਰੇ ਜਾਂਦੇ ਨੇ ਰੇਤ ਦੇ ਵਿੱਚ ਤੇ ਪਰ ਗੁਰੂ ਗ੍ਰੰਥ ਸਾਹਿਬ ਉਹਨਾਂ ਦੀ ਸੀਸ ਦੇ ਉੱਪਰ। ਕਿਤੇ ਮਹਾਰਾਜ ਦਾ ਵਸਾ ਨਹੀਂ ਕੀਤਾ। ਜਰਮਨ ਤੱਕ ਮਹਾਰਾਜ ਨੂੰ ਨਾਲ ਲੈ ਕੇ ਗਏ। ਜਿੱਥੇ ਸਿੱਖ ਜਾਂਦਾ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾਮ ਜ਼ਰੂਰ ਲੈ ਜਾਂਦਾ। ਇਸ ਲਈ ਜਿਹੜਾ ਬੰਦਾ ਆਪਣੇ ਧਰਮ 'ਚ ਪੱਕਾ ਹੈ ਉਹਦੀ ਹਮੇਸ਼ਾ ਚੜ੍ਹਦੀ ਕਲਾ ਰਹਿੰਦੀ ਹੈ। ਤੁਸੀਂ ਰੱਬ ਦਾ ਨਾਮ ਜਪੋ ਤਾਂ ਪਾਤਸ਼ਾਹ ਕਥਨ ਕਰਦੇ ਨੇ ਮਨ ਚਿੰਦੜਾ ਫਲ ਪਾਵਹੁ। ਤੇ ਮਨ ਚਿੰਦੜਾ ਫਲਾਂ ਨੂੰ ਤੁਸੀਂ ਪ੍ਰਾਪਤ ਕਰ ਲਵੋਗੇ। ਸਾਧ ਸੰਗਤ ਜੀਓ, ਇਹ ਜਿਹੜਾ ਪਾਵਨ ਸ਼ਬਦ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੇਵਲ 2 ਪੰਕਤੀਆਂ ਦਾ ਹੀ ਉਚਾਰਿਆ ਹੈ, ਬਾਕੀ ਹੋਰ ਪੰਕਤੀਆਂ ਨਹੀਂ ਉਚਾਰੀਆਂ। ਬਸ ਇੰਨਾ ਵੀ ਸ਼ਬਦ ਹੈ। ਇੱਕ ਵਾਰੀ ਫਿਰ ਸੁਣ ਦੋ। ਰਾਮ ਕਲੀ ਰਾਗ ਰਾਮ ਕਲੀ ਮਹਲਾ ਪੰਜਵਾ। ਰਣ ਝੁੰਝਨੜਾ ਗਾਉ ਸਕੀ ਹਾਰੇ ਗਤਿਆਵਹੁ। ਸਤਿਗੁਰ ਤੁਮ ਸੇਵ ਸਖੀ ਮਨ ਚਿੰਦੜਾ ਫਲ ਪਾਵਹੁ। ਬਸ ਇਹਨਾਂ ਵੀ ਸ਼ਬਦ ਹੈ, 2 ਪੰਕਤੀਆਂ ਦਾ ਹੀ। ਹੋਰ ਪੰਕਤੀਆਂ ਨਹੀਂ ਉਚਾਰੀਆਂ। ਗੁਰੂ ਸਾਹਿਬ ਦੀ ਆਪ ਦੀ ਮੌਜ। ਸ੍ਰੀ ਕਰਤਾਰਪੁਰ ਸਾਹਿਬ ਵਾਲੀ ਭੀੜ 'ਚ ਇਹ ਦੋਵੇਂ ਤੁਕਾਂ ਨੇ, ਹੋਰ ਸ਼ਬਦ ਨਹੀਂ ਹੈ। ਨਾ ਹੀ ਲਿਖਣ ਨੂੰ ਹੋਰ ਬਾਣੀ ਵਾਂਗ ਥਾਂ ਛੱਡਿਆ ਹੈ। ਦਮਦਮੀ ਭੀੜ ਵਿੱਚ ਵੀ ਇਹ ਦੋਹੇ ਤੁਕਾਂ ਵਾਲਾ ਸ਼ਬਦ ਹੀ ਹੈ। ਭਾਈ ਮਣੀ ਸਿੰਘ ਜੀ ਦੀ ਭੀੜ 'ਚ ਵੀ ਇਹ 2 ਹੀ ਤੁਕਾਂ ਨੇ ਜੋ ਦੋਵੇਂ ਹਜ਼ੂਰ ਸਾਹਿਬ ਵਿਰਾਜਮਾਨ ਨੇ। ਭਾਈ ਬੰਨੂ ਵਾਲੀ ਭੀੜ ਦੇ ਵਿੱਚ 4 ਪੌੜੀਆਂ ਵਾਲਾ ਸ਼ਬਦ ਹੈ ਜਿਸ 'ਚ ਮੰਗਣੇ ਤੇ ਵਿਆਹ ਆਦਿ ਦਾ ਜ਼ਿਕਰ ਹੁੰਦਾ। ਜੋ ਪਤਾ ਨਹੀਂ ਭਾਈ ਬੰਨੂ ਨੇ ਕਿਹੜੀਆਂ ਉਚਾਰੀਆਂ ਲਿਖੀਆਂ ਨੇ ਜੋ ਸ੍ਰੀ ਮੁਖਵਾਕ ਨਹੀਂ ਹਨ। ਸ਼ਬਦ ਦੀ ਚਾਲ ਦਾ ਵਜ਼ਨ ਵੀ ਪੂਰਾ ਨਹੀਂ ਹੈ। ਇਸ ਕਰਕੇ ਪੰਜਵੇਂ ਸਤਿਗੁਰਾਂ ਨੇ ਪ੍ਰਵਾਨ ਨਹੀਂ ਕੀਤੀਆਂ ਸਨ। ਸੋ ਭਾਈ ਬੰਨੂ ਨੇ ਆਪਣੀ ਭੀੜ ਵਿੱਚ ਆਪਣੇ ਮਨੋਂ ਲੈ ਕੇ ਸ਼ਬਦ ਪੂਰਾ ਕੀਤਾ ਹੋਇਆ ਹੈ। ਉਹ ਮੈਂ ਪਾਠੀ ਕੋਲੋਂ ਨਹੀਂ ਪੜ੍ਹਾਵਾਂਗਾ, ਆਪ ਦੇ ਮੂੰਹ ਤੋਂ ਪੜਾਂਗਾ। 2 ਪੰਕਤੀਆਂ ਪਾਠੀ ਸਿੰਘੋ ਗੁਰਬਾਣੀ ਦੇ ਮੈਂ ਤੁਹਾਨੂੰ ਪੜ੍ਹਾ ਕੇ ਸਰਵਣ ਕਰਾਈਆਂ ਨੇ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਭਾਈ ਬੰਨੂ ਨੇ ਆਪ ਦੀ ਮਰਜ਼ੀ ਨਾਲ ਲਿਖਿਆ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ। ਸਤਿਗੁਰ ਧਿਆਇਆ ਕਰਮ ਪਾਇਆ ਅਨੂਪ ਬਾਲਕ ਜੰਮਿਆ। ਸਤਿਗੁਰ ਸਾਚਾ ਭੇਜ ਦਿਆ ਚਿਰ ਜੀਵਨ ਵੱਡ ਪੁੰਨਿਆ। ਮਹਾ ਆਨੰਦ ਹੋਆ ਸਦਾ ਮੰਗਲ ਹਰਿ ਗੁਣ ਗਾਵੋ। ਜਨ ਕਹੈ ਨਾਨਕ ਸਫਲ ਯਾਤਰਾ ਸਤਿਗੁਰ ਪੁਰਖ ਧਿਆਵੋ। ਅੰਮ੍ਰਿਤ ਭੋਜਨ ਇਕੱਤਰ ਕਰੇ ਪਰਿਵਾਰ ਬੁਲਾਇਆ। ਵੰਡਿਓ ਅੰਮ੍ਰਿਤ ਨਾਮ ਹਰੇ ਜੰਤ ਸਭ ਤ੍ਰਿਪਤ ਆਇਆ। ਸਤਿਗੁਰ ਬੈਠੇ ਵੰਡ ਕੀਨੀ ਸਗਲ ਭਾਉ ਦਿਵਾਇਆ। ਕਰਮਾਂ ਉੱਪਰ ਵੰਡ ਹੋਈ ਖਾਲੀ ਕੋਈ ਨਾ ਜਾਇਆ। ਦੇਖੋ ਬਾਣੀ ਜਾਂਦੀ ਖਾਲੀ ਖਾਲੀ ਜਿਹੀ ਹੈ ਸਾਰਾ ਕੁਛ, ਵਜਨ ਹੀ ਨਹੀਂ ਬਣਦਾ, ਉਹ ਆਨੰਦ ਜਿਹਾ ਹੀ ਨਹੀਂ ਆਉਂਦਾ। ਪਤਾ ਨਹੀਂ ਕਿਉਂ ਜਾਪਦਾ ਵੀ ਜਿਸ ਤਰ੍ਹਾਂ ਕਿਸੇ ਹੋਰ ਨੇ ਕੁਛ ਲਿਖਿਆ ਹੋਵੇ। ਸਭ ਸਿੱਖ ਸਮੇਤ ਭਈ ਇਕੱਤਰਾ ਮਹਾ ਆਨੰਦ ਸਮਾਇਆ। ਬਿਨਵੰਤ ਨਾਨਕ ਸਾਮ ਹਰ ਕੀ ਸਰਬ ਸੁਖ ਮੈਂ ਪਾਇਆ। ਰੀਤੀ ਸਗਲ ਕਰਾਈਆਂ ਹਰ ਸੁਨ ਬੁਲਾਈ। ਭਜਨ ਉਨੀਤ ਕਰਾਇਆ ਗੁਰ ਗਿਆਨ ਜਪਾਈ। ਗੁਰ ਗਿਆਨ ਜਪਿਆ ਸੁਖਿਆ ਦਾਤਾ ਟਟਸਾਲ ਬਾਲਕ ਪਾਇਆ। ਸਗਲ ਵਿਦਿਆ ਸੰਪੂਰਨ ਪੜਿਆ ਗੋਬਿੰਦ ਹਿਰਦੈ ਬਣਾਇਆ। ਜੀਵਨ ਨਾਮ ਕਰਨਾ ਬਿਰਥਾ ਕੋਈ ਨਾ ਜਾਈ। ਬਿਨਵੰਤ ਨਾਨਕ ਦਾਸ ਹਰ ਕਾ ਮੇਰਾ ਪ੍ਰਬੰਧ ਸਿਖਾਈ।
साध संत एकत्र करे बाल करो मंगीवा लद्दे सुजन जन कुड़म भले मंडे हो अमृत मेवा अमृत पाया गुरु ज्ञान दृढ़ाया सगल दुख मटाया सगल खाया तुरों आया वियाहो कुड़म दिवाया अजर जंग बनाई ठाकुर मुन जन टुके सब देव सुरा जन का है नानक काज हुआ भजे अनहद पूरा। तो इंज भाई बन्नू जी ने आप की कविता बना के आप की मुख में लिखी है और भी उन्हें बड़े नस्के नस्के और बड़िया गल्लां उन्हें जुदाई कर दी जो गुरु ग्रंथ साहब गुरता कर दीते हैं वो दमन में स्वयं वाले श्लोक वाले हैं दमन में बिगड़े गुरु महाराज कलगीधर की मोहर वाले गुरता गद्दी के मालिक ने सहज पाठ खंड पाठ इन्हों में करना है बाकी नॉलेज लिए आप होर ग्रंथ पढ़ सकते हैं भुलना चुका गुरु जी अगे वो समत बख्शो जनड़ा गाओ सखी हर एक ते आवो आप गुरु तुम सेव सखी पर जिंदड़ी अड़ा फल पावो वाहिगुरू जी का खालसा